पंचायत मंत्री कुलदीप सिंह धालीवाल ਦੇ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 5000 ਏਕੜ ਜ਼ਮੀਨ ਤੋਂ ਕਬਜ਼ਾ ਛਡਾਇਆ ਜਾਵੇਗਾ। 36000 ਏਕੜ ਦੇ ਕਰੀਬ ਜਿਹੜੀ ਜ਼ਮੀਨ ਆ ਉਹਨਾਂ ਤੇ ਰਸੂਖਦਾਰਾਂ ਦਾ ਕਬਜ਼ਾ ਹੈ। ਇਹ ਰਿਪੋਰਟਾਂ ਕਹਿ ਰਹੀਆਂ ਨੇ ਅੱਜ ਦੀਆਂ। ਨਾਡਾ ਕਰੋੜਾਂ ਜਿਹੜੇ ਇੱਧਰ ਨਵੇਂ ਗਰਾਉਂ ਵਾਲੇ ਪਿੰਡ ਸਾਈਡ ਨੇ ਉਹਨਾਂ 'ਚ ਤਕਰੀਬਨ 25000 ਏਕੜ ਲੈਂਡ ਜਿਹੜੀ ਉਹਨਾਂ ਦੀ ਕਮੇਟੀ 'ਚ ਆਇਆ ਸੀਗਾ ਕਿ 25000 ਏਕੜ ਲੈਂਡ ਜਿਹੜੀ ਆ ਉਹ ਦੱਬੀ ਅਨਆਥੋਰਾਈਜ਼ਡ ਤੇ ਕੰਸਟਰਕਸ਼ਨ ਲਗਾ ਲਓ ਚਾਹੇ ਰॉ ਲੈਂਡ ਲਾ ਲਓ। ਚੰਡੀਗੜ੍ਹ ਦੀ ਹੀ ਪੈਰਾਫੇਰੀ ਦੀ ਲੈਂਡ ਜਿਹੜੀ ਪੰਜਾਬ 'ਚ ਪੈਂਦੀ ਹੈ, ਜੇ ਉਹਨਾਂ ਤੇ ਜਾਂ ਤਾਂ ਪੈਨਲਟੀ ਪੋਜ਼ ਕੀਤੀ ਜਾਵੇ ਜਾਂ ਕਬਜ਼ੇ ਛਡਾਏ ਜਾਣ, ਜਿਹੜੀ ਰॉ ਲੈਂਡ ਵੀ ਹੈਗੀ ਹੈ, ਤਾਂ ਤਕਰੀਬਨ 2 ਲੱਖ ਕਰੋੜ ਦੇ ਕਰੀਬ ਦਾ ਰੈਵਨਿਊ ਪੰਜਾਬ ਸਰਕਾਰ ਨੂੰ ਆ ਸਕਦਾ। ਪਿਛਲੇ ਸਮੇਂ ਜਿੰਨੇ ਵੀ ਡਿਸੀਜਨ ਪੰਜਾਬ ਸਰਕਾਰ ਦੇ ਹੋਏ ਨੇ ਉਹ ਸਾਰੇ ਸਰਕਾਰ ਜਿਹੜੇ ਡਿਸੀਜਨ ਨੇ ਉਹ ਲੋਕ ਵਿਰੋਧੀ ਡਿਸੀਜਨ ਜ਼ਿਆਦਾ ਹੋਏ ਨੇ। ਬਾਅਦ 'ਚ ਫਿਰ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਯੂ ਟਰਨ ਲੈਣੇ ਪੈਂਦੇ ਨੇ। ਕਿਸੇ ਨੇ ਪੰਚਾਇਤ ਨੇ ਜਾਂ ਐਮਸੀ ਨੇ ਕਿਸੇ ਨੂੰ ਲੀਜ਼ ਤੇ ਜ਼ਮੀਨ ਦਿੱਤੀ ਹੋਵੇ 50 ਸਾਲਾਂ ਜਾਂ 90 ਸਾਲਾਂ ਲੀਜ਼ ਤੇ ਦਿੱਤੀ ਹੋਵੇ, ਜਿਵੇਂ ਵਕਫ ਬੋਰਡ ਦੀ ਜ਼ਮੀਨਾਂ ਹੁੰਦੀਆਂ ਉਹ 99 ਈਅਰ ਦੀ ਲੀਜ਼ ਤੇ ਹੁੰਦੀਆਂ। ਪਾਲਿਸੀ ਚੱਲਦੀ ਹੈ ਦਾਦਾ ਖਰੀਦੇ ਪੋਤਾ ਵਰਤੇ ਵਾਲੀ ਪਾਲਿਸੀ ਹੁੰਦੀ ਹੈ। ਉਹ ਇੱਕ ਦਾਦੇ ਨੇ ਲੀਜ਼ ਤੇ ਲਈ ਹੁੰਦੀ ਹੈ ਕਿ ਪੋਤੇ ਤੱਕ ਪੀੜ੍ਹੀਆਂ ਤੱਕ ਉਹ ਲੀਜ਼ ਤੇ ਚੱਲੀ ਜਾਂਦੀ ਹੁੰਦੀ ਹੈ। ਤੇ ਉਵੇਂ ਹੀ ਉਹ ਲੀਜ਼ ਤੇ ਲਈਆਂ ਹੋਣ ਤਾਂ ਉਹ ਜੇ ਤੁਸੀਂ ਧੱਕੇ ਨਾਲ ਛਡਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਲੀਗਲ ਪ੍ਰੋਸੀਡਿੰਗਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੋਹਾਲੀ ਦੇ ਵਿੱਚ ਵੀ ਕਹਿੰਦੇ ਕਾਫੀ ਰਸੂਖਦਾਰਾਂ ਨੇ ਤੇ ਸਿਆਸੀ ਲੀਡਰਾਂ ਨੇ ਜ਼ਮੀਨ ਦੱਬੀ ਹੋਈ। ਕੀ ਅੰਕੜੇ ਤੁਹਾਡੇ ਲਵੇ ਅੰਕੜੇ ਹੋਣਗੇ? ਮੋਹਾਲੀ ਦਾ ਜਿਵੇਂ ਤੁਹਾਨੂੰ ਦੱਸਿਆ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਸੀ 25000 ਏਕੜ ਦੇ ਕਰੀਬ ਦਾ ਸੀਗਾ ਤੇ ਬਾਕੀ ਹੁਣ 38 ਪਿੰਡਾਂ ਦੀ ਲੈਂਡ ਸੀਗੀ ਤੇ ਇਸ ਤੋਂ ਵੱਧ ਕੋਈ ਹੋਰ ਮੈਨੂੰ ਲੱਗਦਾ ਵੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 2 ਲੱਖ ਕਰੋੜ ਦੇ ਕਰੀਬ ਦਾ ਜਿਹੜਾ ਕਰਜ਼ਾ ਸਿਰਫ ਮੋਹਾਲੀ ਦੇ ਜਿਹੜੇ ਕਬਜ਼ੇ ਹੋਈਆਂ ਜ਼ਮੀਨਾਂ ਨੇ ਉਹਨਾਂ ਤੇ ਉਤਰ ਸਕਦਾ ਹੈ। ਪੰਚਾਇਤ ਮੰਤਰੀ ਦਾਅਵਾ ਕਰ ਰਹੇ ਨੇ ਕਿ ਅਸੀਂ 5000 ਏਕੜ ਕੁਝ ਹੀ ਮਹੀਨਿਆਂ ਦੇ ਵਿੱਚ ਹੀ ਕਬਜ਼ੇ ਛਡਾ ਲਾਂਗੇ। ਕਿੰਨੀ ਵੱਡੀ ਚੁਣੌਤੀ ਲੱਗਦੀ ਤੁਹਾਨੂੰ ਸਰਕਾਰ ਦੇ ਵਿੱਚ, ਕਿਉਂਕਿ ਇਹਦੇ ਵਿੱਚ ਅਫਸਰਾਂ ਦੀ ਮਿਲੀਭੁਗਤ ਵੀ ਹੋਏਗੀ। ਕੀ ਲੱਗਦਾ ਵੀ ਚੁਣੌਤੀ ਨੂੰ ਇਹ ਕਬੂਲ ਲੈਣਗੇ? ਮੈਂ ਕਹਿੰਦਾ 500 ਏਕੜ ਵੀ ਛਡਾ ਲੈਂਦੇ ਆ, ਉਹਨਾਂ ਨੇ 31 ਮਈ ਦਾ ਸਮਾਂ ਦਿੱਤਾ ਹੈ ਤਾਂ ਬਹੁਤ ਵਧੀਆ ਹੋਏਗਾ। ਸ਼ੁਰੂਆਤ ਤਾਂ ਹੋਏਗੀ ਘੱਟੋ ਘੱਟ। ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਤੇ ਹੋਏ ਕਬਜ਼ਿਆਂ ਨੂੰ ਛਡਾਉਣ ਦੀ ਚਰਚਾ ਹਮੇਸ਼ਾ ਰਹਿੰਦੀ ਹੈ। ਹੁਣ ਪੰਜਾਬ ਦੇ ਵਿੱਚ ਸੱਤਾ ਬਦਲੀ ਹੈ। ਹੁਣ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 5000 ਏਕੜ ਜ਼ਮੀਨ ਤੋਂ ਕਬਜ਼ਾ ਛਡਾਇਆ ਜਾਵੇਗਾ। 36000 ਏਕੜ ਦੇ ਕਰੀਬ ਜਿਹੜੀ ਜ਼ਮੀਨ ਆ ਉਹਨਾਂ ਤੇ ਰਸੂਖਦਾਰਾਂ ਦਾ ਕਬਜ਼ਾ ਹੈ। ਇਹ ਰਿਪੋਰਟਾਂ ਕਹਿ ਰਹੀਆਂ ਨੇ ਅੱਜ ਦੀਆਂ। ਸਾਡੇ ਨਾਲ ਸੀਨੀਅਰ ਵਕੀਲ ਨੇ ਸਤਵੀਰ ਸਿੰਘ ਵਾਲੀਆ, ਗੱਲਬਾਤ ਕਰਦੇ ਹਾਂ। ਵਾਲੀਆ ਸਾਹਿਬ, ਪੰਜਾਬ ਦੀ ਸੱਤਾ ਬਦਲੀ ਆ, ਇੱਕ ਵਾਰ ਫਿਰ ਚਰਚਾ ਹੈ ਕਿ ਜਿਨ੍ਹਾਂ ਨੇ ਪੰਚਾਇਤੀ ਜ਼ਮੀਨਾਂ ਦੱਬੀਆਂ ਨੇ, ਚਾਹੇ ਤਾਂ ਉਹ ਪੋਲੀਟੀਕਲ ਲੀਡਰ ਨੇ ਚਾਹੇ ਉਹ ਸਾਬਕਾ ਅਫਸਰ ਨੇ, ਉਹਨਾਂ ਤੋਂ ਕਬਜ਼ੇ ਛਡਾਏਗੀ ਸਰਕਾਰ। ਦੇਖੋ, ਸਰਕਾਰ ਦਾ ਇਹ ਵਧੀਆ ਸ਼ਲਾਘਾਯੋਗ ਕਦਮ ਹੈ ਤੇ ਅਸੀਂ ਦਾ ਸਵਾਗਤ ਕਰਦੇ ਹਾਂ, ਕਿਉਂਕਿ ਪੰਜਾਬ ਦੇ ਰੈਵਨਿਊ 'ਚ ਵਾਧਾ ਹੋਊਗਾ ਤਾਂ ਹੀ ਪੰਜਾਬ ਦੇ ਲੋਕਾਂ ਦਾ ਫਾਇਦਾ ਹੋਊਗਾ। ਪਰ ਬੇਨਤੀ ਵੀ ਕਰਦੇ ਹਾਂ ਕਿ ਪੁਰਾਣੀ ਸਰਕਾਰਾਂ ਵਾਂਗੂ ਇਕੱਲੀ ਰਿਪੋਰਟਾਂ ਤੱਕ ਸੀਮਿਤ ਨਾ ਰਹਿ ਜੇ, ਇਸ 'ਤੇ ਕਾਰਵਾਈ ਵੀ ਹੋਵੇ। ਕਿਉਂਕਿ ਪੁਰਾਣੀ ਰਿਪੋਰਟਾਂ 'ਤੇ ਦੇਖੀਏ, ਜਸਟਿਸ ਰਣਜੀਤ ਸਿੰਘ ਨੇ ਇੱਕ ਕਮੇਟੀ ਗਠਿਤ ਕੀਤੀ ਸੀ, ਜਸਟਿਸ ਕੁਲਦੀਪ ਸਿੰਘ, ਰਿਟਾਇਰਡ ਜਸਟਿਸ ਕੁਲਦੀਪ ਸਿੰਘ ਦੀ ਕਮੇਟੀ ਸੀ, ਜਿਨ੍ਹਾਂ ਦਾ ਕੰਮ ਸੀਗਾ ਚੰਡੀਗੜ੍ਹ ਦੇ ਨੇੜੇ ਤੇੜੇ ਜਿਹੜਾ ਲੈਂਡ ਜਿਹੜੇ ਹੈਗੀ ਹੈ ਕਿੰਨੀ ਕੁ ਜਿਹੜੀ ਦੱਬੀ ਹੋਈ ਹੈ। ਤੇ ਉਹਨਾਂ ਨੇ ਨਾਡਾ ਕਰੋੜਾਂ ਜਿਹੜੇ ਇੱਧਰ ਨਵੇਂ ਗਰਾਉਂ ਵਾਲੇ ਪਿੰਡ ਸਾਈਡ ਨੇ ਉਹਨਾਂ 'ਚ ਤਕਰੀਬਨ 25000 ਏਕੜ ਲੈਂਡ ਜਿਹੜੀ ਉਹਨਾਂ ਦੀ ਕਮੇਟੀ 'ਚ ਆਇਆ ਸੀਗਾ ਕਿ 25000 ਏਕੜ ਲੈਂਡ ਜਿਹੜੀ ਹੈ ਉਹ ਦੱਬੀ ਹੋਈ ਅਨਆਥੋਰਾਈਜ਼ਡ ਤੇ ਕੰਸਟਰਕਸ਼ਨ ਲਗਾ ਲਓ ਚਾਹੇ ਰॉ ਲੈਂਡ ਲਾ ਲਓ, ਉਹ ਜਿਹੜੀ ਕਿ ਉਹਨਾਂ ਦੇ ਕਬਜ਼ੇ ਹੋਏ ਨੇ, ਜਿਸ 'ਚ ਵੱਡੇ ਵੱਡੇ IAS ਆਫੀਸਰਸ, ਵੱਡੇ ਵੱਡੇ ਨੇਤਾ ਤੇ ਵੱਡੇ ਵੱਡੇ ਲੀਡਰ ਜਿਹੜੇ ਇਨਵੋਲਵ ਨੇ, ਸਿਟਿੰਗ ਕੈਬਨਿਟ ਮੰਤਰੀ ਤੇ ਲੈ ਕੇ ਕਈ ਜਣੇ ਇਨਵੋਲਵ ਸੀਗੇ। ਪਰ ਅਨਫੋਰਚੂਨੇਟਲੀ ਹੋਇਆ ਕਿ ਉਸ ਟਾਈਮ ਜਿਹੜੀ ਸਮੇਂ ਦੀ ਸਰਕਾਰ ਸੀ, ਜਦੋਂ ਰਿਪੋਰਟ ਬਾਹਰ ਆਉਣ ਲੱਗੀ ਤੇ ਉਸ ਸਮੇਂ ਦੀ ਸਰਕਾਰ ਨੇ ਹੀ ਉਸ 'ਤੇ ਐਕਸ਼ਨ ਲੈਣ ਦੀ ਬਜਾਏ, ਉਹ ਰਿਪੋਰਟ ਨੂੰ ਲਾਗੂ ਕਰਨ ਦੀ ਬਜਾਏ, ਉਲਟਾ ਉਹਨਾਂ ਨੇ ਸੁਪਰੀਮ ਕੋਰਟ ਦੀ ਉਸ ਰਿਪੋਰਟ ਨੂੰ ਚੈਲੰਜ ਕਰ ਦਿੱਤਾ ਤਾਂ ਕਿ ਸਟੇ ਲੱਗ ਸਕੇ। ਸੋ ਇਹੋ ਜਿਹੀ ਗੱਲਾਂ ਵੀ ਹੁੰਦੀਆਂ ਰਹੀਆਂ ਨੇ। ਤੇ ਇਵੇਂ 12 ਦੇ ਕਰੀਬ ਰਿਪੋਰਟਾਂ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਆਈਆਂ। ਪਿਛਲੀ ਸਰਕਾਰ ਨੇ ਵੀ ਇੱਕ ਸਬ ਕਮੇਟੀ ਬਣਾਈ ਸੀ, ਜਦੋਂ ਲੋਕਲ ਬਾਡੀ ਗਵਰਨਮੈਂਟ ਦੇ ਡਿਪਾਰਟਮੈਂਟ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਜੀ ਨੇ ਆਵਾਜ਼ ਚੱਕੀ ਤੇ ਉਹ ਤੋਂ ਬਾਅਦ ਕੈਪਟਨ ਸਾਹਿਬ ਨੇ, ਮੁੱਖ ਮੰਤਰੀ ਸਾਹਿਬ ਨੇ ਸਬ ਕਮੇਟੀ ਦਾ ਗਠਨ ਕੀਤਾ, ਜਿਸ 'ਚ ਬਾਜਵਾ ਜੀ, ਨਵਜੋਤ ਸਿੱਧੂ ਸਾਰੇ ਸੀਗੇ। ਉਸ ਕਮੇਟੀ ਨੇ ਆਇਡੈਂਟੀਫਾਈ ਕਰਿਆ ਵੀ ਤਕਰੀਬਨ 5 ਤੇ 6 ਲੱਖ ਏਕੜ ਲੈਂਡ ਜਿਹੜੀ ਹੈ ਉਹ ਅਨਆਥੋਰਾਈਜ਼ਡ ਵੇ ਦੇ ਨਾਲ ਕਬਜ਼ੇ ਹੋਏ ਨੇ ਉਸ ਲੈਂਡ ਦੇ ਉੱਤੇ। ਤੇ ਉਸੇ ਕਮੇਟੀ ਦੀ ਸੀਗਾ ਵੀ ਜੇ ਇਕੱਲੀ ਚੰਡੀਗੜ੍ਹ ਦੀ ਹੀ ਪੈਰਾਫੇਰੀ ਦੀ ਲੈਂਡ ਜਿਹੜੀ ਪੰਜਾਬ 'ਚ ਪੈਂਦੀ ਹੈ, ਜੇ ਉਹਨਾਂ ਤੇ ਜਾਂ ਤਾਂ ਪੈਨਲਟੀ ਪੋਜ਼ ਕੀਤੀ ਜਾਵੇ ਜਾਂ ਕਬਜ਼ੇ ਛਡਾਏ ਜਾਣ, ਜਿਹੜੀ ਰॉ ਲੈਂਡ ਵੀ ਹੈਗੀ ਹੈ, ਤਾਂ ਤਕਰੀਬਨ 2 ਲੱਖ ਕਰੋੜ ਦੇ ਕਰੀਬ ਦਾ ਰੈਵਨਿਊ ਪੰਜਾਬ ਸਰਕਾਰ ਨੂੰ ਆ ਸਕਦਾ ਹੈ। ਤੇ ਇੱਕ ਹੋਰ ਕਮੇਟੀ ਨੇ ਆਇਡੈਂਟੀਫਾਈ 38 ਪਿੰਡ ਕੀਤੇ ਸੀਗੇ
ਵੀ ਤਕਰੀਬਨ 38 ਪਿੰਡਾਂ ਤੇ ਜਿਹੜੀਆਂ ਅਨਆਥੋਰਾਈਜ਼ ਕਲੋਨੀਆਂ ਜਾਂ ਅਨਆਥੋਰਾਈਜ਼ ਕਬਜ਼ੇ ਜਿਹੜੇ 38 ਪਿੰਡਾਂ ਦੇ ਪੈਰੀਫੇਰੀ ਚੰਡੀਗੜ੍ਹ ਦਾ ਜਿਹੜਾ ਹੈਗਾ ਉਸ ਤੇ ਹੋਏ ਨੇ। ਸੋ ਇਦਾਂ ਦੀਆਂ ਵੱਡੀਆਂ ਕਈ ਰਿਪੋਰਟਾਂ ਜਿਹੜੀਆਂ ਹੈਗੀਆਂ ਨੇ। ਤਾਂ ਮੇਰੀ ਗੁਜ਼ਾਰਿਸ਼ ਹੋਊਗੀ ਕਿ ਸਰਕਾਰ ਹੋਰ ਕੁਝ ਨਾ ਸਹੀ, ਹਾਲ ਦੀ ਘੜੀ ਸਿਰਫ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਤੇ ਪੁਰਾਣੀ ਸਬ ਕਮੇਟੀ ਦੀ ਰਿਪੋਰਟਾਂ ਚੱਕ ਲੈਣ ਤੇ ਉੱਥੇ ਬਹੁਤ ਕੁਝ ਤੁਹਾਡੇ ਸਾਹਮਣੇ ਨਿਕਲ ਜਾਏਗਾ ਕਿ ਜੀ ਕਿੰਨੀ ਕੁ ਜਿਹੜੀ ਪੰਚਾਇਤੀ ਲੈਂਡਾਂ 'ਚ ਇਹ ਪੰਚਾਇਤਾਂ ਨੇ ਮਤੇ ਪਾ ਕੇ ਇੰਟੈਂਸ਼ਨਲੀ ਜਾਂ ਪ੍ਰੈਸ਼ਰ ਦੇ ਥੱਲੇ, ਲੀਡਰਾਂ ਦੇ ਪ੍ਰੈਸ਼ਰ ਥੱਲੇ ਮਤੇ ਪਾ ਕੇ ਜਾਂ ਐਮਸੀਆਂ ਨੇ ਮਤੇ ਪਾ ਕੇ ਜਿਹੜੀਆਂ ਜ਼ਮੀਨਾਂ ਕਬਜ਼ੇ ਕੀਤੀਆਂ ਹੋਈਆਂ ਨੇ, ਦੱਬੀਆਂ ਹੋਈਆਂ ਨੇ ਜਾਂ ਉਹਨਾਂ ਦੇ ਕਲੋਨੀਆਂ ਕੱਟੀਆਂ ਹੋਈਆਂ ਨੇ। ਤੇ ਉਹਦੇ ਨਾਲ ਇੱਕ ਬੇਨਤੀ ਹੋਰ ਸਰਕਾਰ ਨੂੰ ਹੋਊਗੀ ਕਿ ਪਿੱਛੇ ਮਾਨ ਸਾਹਿਬ ਦਾ ਬਿਆਨ ਸੀ ਮੁੱਖ ਮੰਤਰੀ ਸਾਹਿਬ ਦਾ ਕਿ ਬਈ ਅਸੀਂ ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਆਦੇਸ਼ ਦੇ ਦਿੱਤਾ ਕਿ ਜਿੰਨੇ ਵੀ ਅਨਆਥੋਰਾਈਜ਼ਡ ਕਲੋਨੀਆਂ 'ਚ ਮੀਟਰ ਲੱਗੇ ਹੋਏ ਨੇ, ਜਿਹੜੇ ਵਿਦਆਊਟ ਨਾਮ ਮੀਟਰ ਨੇ, ਤੇ ਉਹਨਾਂ ਨੂੰ ਆਇਡੈਂਟੀਫਾਈ ਕਰੋ ਤਾਂ ਕਿ ਅਸੀਂ ਅਨਆਥੋਰਾਈਜ਼ਡ ਕਲੋਨੀ ਆਇਡੈਂਟੀਫਾਈ ਕਰ ਸਕੀਏ। ਤਾਂ ਮੇਰੀ ਬੇਨਤੀ ਹੋਊਗੀ ਜਿਹੜਾ ਇੱਕ ਗਰੀਬ ਆਦਮੀ ਮਸਾਂ ਪੈਸਾ ਇਕੱਠਾ ਕਰਕੇ ਆਪਣਾ ਘਰ ਬਣਾਉਂਦਾ ਹੈ ਤੇ ਹੁਣ ਕੋਈ ਬਿਲਡਰ ਆ ਕੇ ਉੱਥੇ ਅਨਆਥੋਰਾਈਜ਼ਡ ਕਲੋਨੀ ਕੱਟ ਜਾਂਦਾ ਹੈ ਜਾਂ ਕੋਈ ਐਮਸੀ ਜਾਂ ਪੰਚਾਇਤ ਮਤਾ ਪਾ ਕੇ ਕਿੱਲੇ 2 ਕਿੱਲੇ 'ਚ ਕਲੋਨੀ ਕੱਟ ਕੇ ਪਲਾਟ ਕੱਟ ਕੇ ਕਿਸੇ ਗਰੀਬ ਨੂੰ ਵੇਚ ਦਿੰਦੀ ਹੈ ਤੇ ਉਹਦੀ ਸਾਰੀ ਮਿਹਨਤ ਦੀ ਕਮਾਈ ਲੱਗੀ ਹੁੰਦੀ ਹੈ। ਤਾਂ ਬੈਟਰ ਹੈ ਤੁਸੀਂ ਉਹਨਾਂ ਤੇ ਵੱਡੀਆਂ ਪੈਨਲਟੀਆਂ ਪੋਜ਼ ਕਰਨ ਜਾਂ ਉਹਨਾਂ ਨੂੰ ਤੋੜਨ ਦੀ ਬਜਾਏ ਤੁਸੀਂ ਇੱਕ ਪਾਲਿਸੀ ਹੈਗੀ ਹੈ ਅਨਆਥੋਰਾਈਜ਼ਡ ਟੂ ਆਥੋਰਾਈਜ਼ ਕਲੋਨੀ ਦੀ ਪਾਲਿਸੀ ਹੈ, ਉਸ ਪਾਲਿਸੀ ਤਹਿਤ ਉਹਨਾਂ ਨੂੰ ਲੈ ਕੇ ਆਓ, ਚਾਹੇ ਸਿੰਗਲ ਪਲਾਟ ਵੀ ਹੈ ਉਹਨਾਂ ਨੂੰ ਉਸ ਪਾਲਿਸੀਆਂ ਤਹਿਤ ਲੈ ਕੇ ਆਓ, ਲੈ ਕੇ ਜੋ ਵੀ ਪ੍ਰਸਕ੍ਰਾਈਬ ਫੀਸ ਬਣਦੀ ਹੈ ਪੰਜਾਬ ਨੂੰ ਨੈਚੁਰਲੀ ਰੈਵਨਿਊ ਵੀ ਆਊਗਾ ਤੇ ਨਾਲੇ ਅਗਲੇ ਦਾ ਵੀ ਕੰਮ ਸਰ ਜਾਏਗਾ ਤੇ ਉਹ ਰਸਤੇ ਚੱਲਿਓ, ਨਾ ਕਿ ਉਹਨਾਂ ਨੂੰ ਤੋੜਨ ਡਿਸਟਰਕਸ਼ਨ ਦੇ ਮੋੜ ਤੇ ਨਾ ਚੱਲਿਓ। ਕਿਉਂਕਿ ਪਿਛਲੇ ਸਮੇਂ ਜਿੰਨੇ ਵੀ ਡਿਸੀਜਨ ਪੰਜਾਬ ਸਰਕਾਰ ਦੇ ਹੋਏ ਨੇ ਉਹ ਸਾਰੇ ਸਰਕਾਰ ਜਿਹੜੇ ਡਿਸੀਜਨ ਨੇ ਉਹ ਲੋਕ ਵਿਰੋਧੀ ਡਿਸੀਜਨ ਜ਼ਿਆਦਾ ਹੋਏ ਨੇ, ਬਾਅਦ 'ਚ ਫਿਰ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਯੂ ਟਰਨ ਲੈਣੇ ਪੈਂਦੇ ਨੇ। ਤਾਂ ਇਹ ਕੋਈ ਐਸਾ ਡਿਸੀਜਨ ਨਾ ਲਈ ਬੈਠਿਓ, ਦਿੱਲੀੋਂ ਕੋਈ ਐਸਾ ਡਿਸੀਜਨ ਨਾ ਲੈ ਆਇਓ ਕਿ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੋਵੇ। ਤੇ ਫਿਰ ਮੈਂ ਕਹਿੰਦਾ ਕਿ ਅਸੀਂ ਵੈਲਕਮ ਕਰਦੇ ਹਾਂ। ਇਸ 'ਚ ਇੱਕ ਵੱਡਾ ਅੜਚਨ ਜਿਹੜੀ ਵੀ ਮੈਨੂੰ ਲੱਗਦਾ ਇਹ ਪੈ ਸਕਦੀ ਹੈ ਵੀ ਜੇ ਕਿਸੇ ਨੇ ਪੰਚਾਇਤ ਨੇ ਜਾਂ ਐਮਸੀ ਨੇ ਕਿਸੇ ਨੂੰ ਲੀਜ਼ ਤੇ ਜ਼ਮੀਨ ਦਿੱਤੀ ਹੋਵੇ 50 ਸਾਲਾਂ ਜਾਂ 90 ਸਾਲਾਂ ਲੀਜ਼ ਤੇ ਦਿੱਤੀ ਹੋਵੇ, ਜਿਵੇਂ ਵਕਫ ਬੋਰਡ ਦੀ ਜ਼ਮੀਨਾਂ ਹੁੰਦੀਆਂ ਉਹ 99 ਈਅਰ ਦੀ ਲੀਜ਼ ਤੇ ਹੁੰਦੀਆਂ, ਉਹ ਪਾਲਿਸੀ ਚੱਲਦੀ ਹੈ ਦਾਦਾ ਖਰੀਦੇ ਪੋਤਾ ਵਰਤੇ ਵਾਲੀ ਪਾਲਿਸੀ ਹੁੰਦੀ ਹੈ। ਉਹ ਇੱਕ ਦਾਦੇ ਨੇ ਲੀਜ਼ ਤੇ ਲਈ ਹੁੰਦੀ ਹੈ ਕਿ ਪੋਤੇ ਤੱਕ ਪੀੜ੍ਹੀਆਂ ਤੱਕ ਉਹ ਲੀਜ਼ ਤੇ ਚੱਲੀ ਜਾਂਦੀ ਹੁੰਦੀ ਹੈ ਤੇ ਉਵੇਂ ਹੀ ਉਹ ਲੀਜ਼ ਤੇ ਲਈਆਂ ਹੋਣ ਤਾਂ ਉਹ ਜੇ ਤੁਸੀਂ ਧੱਕੇ ਨਾਲ ਛਡਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਲੀਗਲ ਪ੍ਰੋਸੀਡਿੰਗਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੇ ਇਸ ਕਰਕੇ ਲੈਂਡਸ ਉਹ ਆਇਡੈਂਟੀਫਾਈ ਪਹਿਲਾਂ ਕਰੋ। ਫਸਟ ਸਟੈਪ 'ਚ ਮੇਰੇ ਹਿਸਾਬ ਨਾਲ ਮੇਰੀ ਬੇਨਤੀ ਹੋਊਗੀ ਤੇ ਉਹ ਆਇਡੈਂਟੀਫਾਈ ਕਰਿਓ ਵੀ ਜਿਹੜੀਆਂ ਰॉ ਲੈਂਡਸ ਹੋਣ, ਜਿਨ੍ਹਾਂ ਦੇ ਕੋਈ ਡਾਕੂਮੈਂਟ ਨਾ ਬਣੇ ਹੋਣ, ਘੱਟੋ ਘੱਟ ਉਹ ਲੈਂਡਸ ਦੀ ਪਹਿਲਾਂ ਤਿਆਰੀ ਕਰਿਓ, ਕਿਤੇ ਐ ਨਾ ਹੋਏ ਪਹਿਲੇ ਪੜਾਅ 'ਚ ਸਰਕਾਰ ਨੂੰ ਮੂੰਹ ਦੀ ਖਾਣੀ ਪੈ ਜਾਵੇ। ਤਾਂ ਇਹ ਹੋਊਗਾ। ਫਿਰ ਮੈਂ ਕਹਿੰਦਾ ਵਧੀਆ ਕਦਮ ਹੈ, ਅੱਛਾ ਕਦਮ ਹੈ ਤੇ ਅਸੀਂ ਸ਼ਲਾਘਾ ਕਰਦੇ ਇਸ ਕਦਮ ਦੀ। ਪਰ ਫਿਰ ਇੱਕ ਵਾਰੀ ਬੇਨਤੀ ਵੀ ਕਰਦੇ ਹਾਂ ਕਿ ਪੁਰਾਣੀ ਸਰਕਾਰਾਂ ਵਾਂਗੂ ਕਿਤੇ ਰਲ ਨਾ ਜਾਇਓ। ਮੋਹਾਲੀ ਦੇ ਵਿੱਚ ਵੀ ਕਹਿੰਦੇ ਕਾਫੀ ਰਸੂਖਦਾਰਾਂ ਨੇ ਤੇ ਸਿਆਸੀ ਲੀਡਰਾਂ ਨੇ ਜ਼ਮੀਨ ਦੱਬੀ ਹੋਈ, ਕੀ ਅੰਕੜੇ ਨੇ ਤੁਹਾਡੇ ਲਵੇ? ਅੰਕੜੇ ਹੋਣਗੇ ਕੁਝ? ਦੇਖੋ ਮੋਹਾਲੀ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ 'ਚ ਹੀ 25,000 ਏਕੜ ਦੇ ਕਰੀਬ ਦਾ ਸੀਗਾ ਤੇ ਬਾਕੀ ਹੁਣ 38 ਪਿੰਡਾਂ ਦੀ ਲੈਂਡ ਸੀਗੀ ਤੇ ਇਸ ਤੋਂ ਵੱਧ ਕੋਈ ਹੋਰ ਮੈਨੂੰ ਲੱਗਦਾ ਵੀ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 2 ਲੱਖ ਕਰੋੜ ਦੇ ਕਰੀਬ ਦਾ ਜਿਹੜਾ ਕਰਜ਼ਾ ਸਿਰਫ ਮੋਹਾਲੀ ਦੇ ਜਿਹੜੇ ਕਬਜ਼ੇ ਹੋਈਆਂ ਜ਼ਮੀਨਾਂ ਨੇ ਉਹਨਾਂ ਤੇ ਉਤਰ ਸਕਦਾ ਹੈ। ਸੋ ਇਹੀ ਬੇਸਿਕਲੀ ਜ਼ਿਆਦਾ ਹੈਗਾ ਕਿ ਬਟ ਮੈਨੂੰ ਲੱਗਦਾ ਵੀ ਹੁਣ ਤਾਂ ਸਮਾਂ ਉਹ ਰਿਪੋਰਟ ਨੂੰ ਵੀ ਟਾਈਮ ਹੋ ਗਿਆ ਤੇ ਮੈਨੂੰ ਲੱਗਦਾ ਹੁਣ ਤਾਂ ਜ਼ਿਆਦਾ ਵੱਧ ਗਿਆ ਹੋਊਗਾ। ਜਿਵੇਂ ਤੁਸੀਂ ਦੇਖਿਆ ਸੀ ਮੋਹਾਲੀ 'ਚ ਕਿਵੇਂ ਗਊਸ਼ਾਲਾ ਵਾਸਤੇ ਪੰਚਾਇਤੀ ਜ਼ਮੀਨ ਨੂੰ ਆਪਣੇ ਨਾਂ ਟ੍ਰਾਂਸਫਰ ਕਰਵਾਇਆ ਗਿਆ, ਆਪਣੀ ਟਰਸਟ ਦੇ ਨਾਂ ਟ੍ਰਾਂਸਫਰ ਕਰਾਇਆ ਗਿਆ। ਹੁਣ ਖਬਰ ਹੈ ਕਿੰਨੀਆਂ ਕਿ ਟਰਸਟਾਂ, ਜੇ ਮੇਰੇ ਆਪਣੇ ਪਿੰਡ ਦੀ ਗੱਲ ਲੈ ਲਓ, ਨਦੀ ਹੈ ਬਹੁਤ ਵੱਡੀ ਨਦੀ, 'ਚ ਆਪਾਂ ਲੁਧਿਆਣੇ ਤੇ ਰੋਪੜ ਦਾ ਰੋਡ ਫਟਦਾ, ਉੱਥੇ ਪਿੰਡ ਖਾਨਪੁਰ ਹੈ, ਪਿੰਡ ਖਾਨਪੁਰ ਦੀ ਨਦੀ ਚੱਲਦੀ ਸੀ। ਕਈ ਛੋਟੇ ਛੋਟੇ ਹੁੰਦੇ ਸੀ ਅਸੀਂ ਤੇ ਉਹ ਨਦੀ ਪਾਰ ਕਰਕੇ ਲੰਘਿਆ ਕਰਦੇ ਸਕੂਲ ਜਾਣ ਵਾਸਤੇ। ਉੱਥੇ ਗੁੱਗਾ ਪੀਰ ਬਣੇ ਹੋਏ ਸੀਗੇ, ਉੱਥੇ ਮੱਥਾ ਟੇਕਣ ਜਾਇਆ ਕਰਦੇ ਸੀ। ਚਲੋ ਬਾਅਦ 'ਚੋਂ ਪੋਲੀਟੀਸ਼ੀਅਨਾਂ ਨੇ ਉੱਤੇ ਕਬਜ਼ਾ ਕਰ ਲਿਆ ਤੇ ਅੱਜ ਉਹ ਕਬਜ਼ਾ ਅੱਜ ਵੀ ਖਤਮ ਨਹੀਂ ਹੋਇਆ। ਨਦੀ ਦੇ ਪਿੱਛੇ ਸ਼ਿਵਜੋਤ ਕਲੋਨੀ ਹੈਗੀ ਹੈ, ਉਹ ਖਬਰ ਹੈ ਕਿੰਨੀ ਕਿਸ ਹੱਦ ਤੱਕ ਅੱਗੇ ਵਧੇ ਨੇ, ਉਹ ਵੀ ਆਇਡੈਂਟੀਫਾਈ ਕਰਨ ਦੀ ਲੋੜ ਹੈਗੀ ਹੈ। ਤੇ ਨਦੀ ਤੇ ਦੂਏ ਪਾਸੇ ਜਿੱਥੇ ਖਰੜ ਰੋਡ ਪੱਟਦੀ ਹੈ, ਖਰੜ ਨੂੰ ਜਾਂਦੀ ਹੈ ਰੋਡ ਖਾਨਪੁਰ ਪਿੰਡ ਤੋਂ ਭਾਗੋ ਮਾਜਰੇ ਵਾਲੇ ਪਾਸੇ ਤੋਂ, ਉੱਥੇ ਵੀ ਦੂਜੇ ਪਾਸੇ ਫਲੈਟ ਕੱਟੇ ਹੋਏ ਨੇ, ਦੁਕਾਨਾਂ ਕੱਟੀਆਂ ਹੋਈਆਂ ਨੇ ਤੇ ਸਾਰੇ ਐਮਸੀਆਂ ਦੇ ਮਤੇ ਪਾ ਕੇ। ਤੇ ਮੈਂ ਇਹ ਨਹੀਂ ਕਹਿੰਦਾ ਕਿ ਲੋਕਾਂ ਨੂੰ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਤੇ ਉਹਨਾਂ ਨੇ ਤਾਂ ਵਿਚਾਰਿਆਂ ਨੇ ਆਪਣੀ ਮਜਬੂਰੀ ਤਹਿਤ ਜਿੰਨਾ ਕਿ ਹਿੱਲਾ ਵਸੀਲਾ ਸੀਗਾ ਕਰਿਆ, ਪਰ ਜਿਨ੍ਹਾਂ ਨੇ ਕੀਤਾ ਉਹ ਜਿਨ੍ਹਾਂ ਨੇ ਮਤੇ ਪਾਏ ਉਹਨਾਂ ਤੇ ਐਕਸ਼ਨ ਹੋਣ, ਉਹਨਾਂ ਤੇ ਰਿਕਵਰੀਆਂ ਹੋਣ ਤਾਂ ਕਿ ਪੰਜਾਬ ਦਾ ਖਜ਼ਾਨਾ ਹੀ ਭਰੇ ਤੇ ਅੱਗੇ ਤੇ ਮੱਤ ਮਿਲੇ ਲੋਕਾਂ ਨੂੰ ਕਿ ਅਸੀਂ ਜਿਹੜੀ ਪੰਜਾਬ ਸਰਕਾਰ ਦੀ ਜ਼ਮੀਨ ਹੈਗੀ, ਪੰਜਾਬ ਦੀ ਜ਼ਮੀਨ ਹੈਗੀ ਆ, ਉਹ ਕਿਸੇ ਦੀ ਆਪਣੀ ਪਰਸਨਲ ਮਲਕੀਅਤ ਨਹੀਂ ਹੈਗੀ ਵੀ ਕੋਈ ਵੀ ਮਤਾ ਪਾ ਕੇ ਉਹਤੇ ਕਬਜ਼ਾ ਕਰ ਸਕੇ। ਪੰਚਾਇਤ ਮੰਤਰੀ ਦਾਅਵਾ ਕਰ ਰਹੇ ਨੇ ਕਿ ਅਸੀਂ 5000 ਏਕੜ ਕੁਝ ਹੀ ਮਹੀਨਿਆਂ ਦੇ ਵਿੱਚ ਹੀ ਕਬਜ਼ੇ ਛਡਾ ਲਾਂਗੇ। ਕਿੰਨੀ ਵੱਡੀ ਚੁਣੌਤੀ ਲੱਗਦੀ ਤੁਹਾਨੂੰ ਸਰਕਾਰ ਦੇ ਵਿੱਚ, ਕਿਉਂਕਿ ਇਹਦੇ ਵਿੱਚ ਅਫਸਰਾਂ ਦੀ ਮਿਲੀਭੁਗਤ ਵੀ ਹੋਏਗੀ? ਕੀ ਲੱਗਦਾ ਵੀ ਚੁਣੌਤੀ ਨੂੰ ਇਹ ਕਬੂਲ ਲੈਣਗੇ? ਦੇਖੋ ਮੈਂ ਫੇਰ ਕਹਿੰਦਾ ਸ਼ਲਾਘਾਯੋਗ ਕਦਮ ਹੈ। ਜੇ
ਮੈਂ ਕਹਿੰਦਾ 500 ਏਕੜ ਵੀ ਛਡਾ ਲੈਂਦੇ ਆ, ਉਹਨਾਂ ਨੇ 31 ਮਈ ਦਾ ਸਮਾਂ ਦਿੱਤਾ ਹੈ, ਤਾਂ ਬਹੁਤ ਵਧੀਆ ਹੋਏਗਾ। ਸ਼ੁਰੂਆਤ ਤਾਂ ਹੋਏਗੀ ਘੱਟੋ ਘੱਟ। ਤੇ ਨਾਲੇ ਇੱਕ ਹੋਰ ਸਾਡੇ ਕੋਲ ਵੀ ਕਾਰ ਹੈ, ਪੰਚਾਇਤ ਮੰਤਰੀ ਸਾਹਿਬ ਦੇ ਏਰੀਏ ਦੀ ਹੀ ਪਿੰਡ ਦਾ ਹੀ ਕਾਰ ਹੈ ਕਿ ਕਿਵੇਂ ਗ੍ਰਾਮ ਪੰਚਾਇਤ ਨੇ ਮਤਾ ਪਾ ਕੇ, ਗ੍ਰਾਮ ਪੰਚਾਇਤ ਨੇ ਵੀ ਨਹੀਂ, ਸਿਰਫ ਪੰਚਾਂ ਸਰਪੰਚਾਂ ਨੇ ਮਤਾ ਪਾ ਕੇ ਬਿਨਾਂ ਗ੍ਰਾਮ ਸਭਾ ਬੁਲਾਏ, ਬਿਨਾਂ ਪੰਚਾਇਤ ਦੀ ਰਾਏ ਲਏ, ਤੇ ਕਿਵੇਂ ਉਹਨਾਂ ਨੇ 5.5 ਏਕੜ ਲੈਂਡ ਦੀ ਰਜਿਸਟਰੀ ਜਿਹੜੀ ਉੱਥੇ 1.5-2 ਕਰੋੜ ਦੀ ਲੈਂਡ ਕਾਸਟ ਹੈਗੀ ਹੈ, 43 ਲੱਖ 'ਚ ਰਜਿਸਟਰੀਆਂ ਕਰਾ ਕੇ ਤੇ ਕਿਵੇਂ ਇੱਕ ਬਿਲਡਰ ਨੂੰ ਵੇਚੀ ਜਿੱਥੇ ਕਲੋਨੀਆਂ ਘੱਟ ਹੋ ਰਹੀਆਂ ਨੇ। ਤੇ ਉਹ ਵੀ ਅਸੀਂ ਛੇਤੀ ਉਹਦੇ ਵਾਸਤੇ ਪੰਚਾਇਤ ਮੰਤਰੀ ਨੂੰ ਕਾਗਜ਼ ਕਢਾ ਰਹੇ ਹਾਂ, ਰਜਿਸਟਰੀਆਂ ਕਢਾ ਰਹੇ ਹਾਂ, ਤੇ ਛੇਤੀ ਪੰਚਾਇਤ ਮੰਤਰੀ ਨੂੰ ਭੇਜਾਂਗੇ ਵੀ, ਦਿਖਾਵਾਂਗੇ ਵੀ ਕਿ ਭਾਈ ਤੁਹਾਡੇ ਨੇੜੇ ਤੇੜੇ ਵੀ ਅੱਜ ਵੀ ਮਤੇ ਪੈ ਰਹੇ ਨੇ, ਤੇ ਅੱਜ ਵੀ ਜ਼ਮੀਨਾਂ ਜਿਹੜੀਆਂ ਹੈਗੀਆਂ ਪੰਚਾਇਤੀ ਜ਼ਮੀਨਾਂ ਹੈਗੀਆਂ ਉਹ ਦੱਬੀਆਂ ਜਾ ਰਹੀਆਂ ਨੇ, ਤੇ ਦੱਬ ਕੇ ਬੜੇ ਬੜੇ ਬਿਲਡਰਾਂ ਨੂੰ ਮੋਟੇ ਪੈਸੇ ਲੈ ਕੇ ਵੇਚੀਆਂ ਜਾ ਰਹੀਆਂ ਨੇ, ਤੇ ਉਹਦੇ ਵੱਲ ਵੀ ਥੋੜਾ ਧਿਆਨ ਜ਼ਰੂਰ ਦਿਓ। ਤੁਹਾਨੂੰ ਲੱਗਦਾ ਵੀ ਸਭ ਤੋਂ ਪਹਿਲਾਂ ਪਹਿਲ ਉੱਥੋਂ ਹੀ ਕਰਨੀ ਚਾਹੀਦੀ ਆਪਣੇ ਪਿੰਡ ਤੋਂ? ਮੈਂ ਕਹਿ ਰਿਹਾ ਕਿ ਉਹਨਾਂ ਨੂੰ ਪਹਿਲ ਉੱਥੋਂ ਹੀ ਕਰਨੀ ਚਾਹੀਦੀ ਹੈ। ਖੈਰ ਮੈਂ ਕਹਿੰਦਾ ਪੰਜਾਬ ਤੋਂ ਕਿਤੋਂ ਵੀ ਕਰਨ, ਸਾਡਾ ਪਰਪਸ ਹੈ ਕਿ ਪੰਜਾਬ 'ਚ ਰੈਵਨਿਊ ਆਵੇ, ਪੰਜਾਬ 'ਚ ਰੈਵਨਿਊ ਆਵੇ, ਨਜਾਇਜ਼ ਕਬਜ਼ੇ ਖਤਮ ਹੋਣ। ਜੇ ਰੈਵਨਿਊ ਆਏਗਾ ਤਾਂ ਲੋਕਾਂ ਨੂੰ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਨੇ ਉਹ ਵਾਅਦੇ ਪੂਰੇ ਕਰਨ ਜੋਗੇ ਹੋਣਗੇ। ਜੇ ਨਜਾਇਜ਼ ਕਬਜ਼ੇ ਹਟਣਗੇ ਪੰਚਾਇਤੀ ਜ਼ਮੀਨਾਂ ਤੇ, ਤਾਂ ਜਿਹੜਾ ਸਾਡਾ SC BC OBC ਤੇ EWS ਵਰਗ ਹੈਗਾ, ਉਹਨਾਂ ਨੂੰ ਜੋ ਪਰਸੈਂਟੇਜ ਵਾਈਜ਼ ਅਲਾਟਮੈਂਟ ਜ਼ਮੀਨਾਂ ਹੁੰਦੀਆਂ ਖੇਤੀਬਾੜੀ ਕਰਨ ਵਾਸਤੇ, ਬਟਾਈ ਤੇ ਦਿੱਤੀਆਂ ਜਾਂਦੀਆਂ ਨੇ, ਹੋਰ ਰੋਜ਼ਗਾਰ ਦੇ ਜਿਹੜੇ ਹਿੱਲੇ ਵਸੀਲਿਆਂ ਵਾਸਤੇ ਦਿੱਤੀਆਂ ਜਾਂਦੀਆਂ ਨੇ, ਤਾਂ ਘੱਟੋ ਘੱਟ ਜ਼ਮੀਨਾਂ ਖਾਲੀ ਹੋਣਗੀਆਂ ਤੇ ਸਾਡੇ ਉਹ ਲੋਕਾਂ ਦੇ ਫਾਇਦੇ ਦੀ ਗੱਲ ਹੋਊਗੀ। ਤੇ ਅਸੀਂ ਫਿਰ ਮੈਂ ਕਹਿੰਦਾ ਵੀ ਜੇ ਉਹ ਵਾਕਈ ਪੋਜ਼ਿਟਿਵ ਵੇ 'ਚ ਇਹ ਕਰਨ 'ਚ ਕਾਮਯਾਬ ਹੁੰਦੇ ਆ, ਅਸੀਂ ਉਹਨਾਂ ਦੀ ਸ਼ਲਾਘਾ ਕਰਾਂਗੇ। ਪਰ ਜੇ ਉਹ ਪੁਰਾਣੀ ਸਰਕਾਰਾਂ ਵਾਂਗੂ ਸਿਰਫ ਰੌਲਾ ਪਾ ਕੇ ਬਾਅਦ 'ਚ ਇੱਕ ਡਰਾਵਾ ਦੇ ਕੇ ਨਾਲ ਹੀ ਰਲ ਜਾਂਦੇ ਤਾਂ ਅਸੀਂ ਅਭੋਗ ਵੀ ਕਰਾਂਗੇ। ਜੇਕਰ ਇਹ ਕਬਜ਼ੇ ਛੁਡਾਉਂਦੀ ਹੈ ਸਰਕਾਰ, ਕਿੰਨੀ ਕੁ ਮਦਦ ਮਿਲ ਸਕਦੀ ਹੈ? ਜੋ ਪੰਜਾਬ ਤੇ ਪੌਣੇ 3 ਲੱਖ ਕਰੋੜ ਦਾ ਕਰਜ਼ਾ, ਕਿੰਨਾ ਕੁ ਯਾਨੀ ਕਿ ਪੰਜਾਬ ਨੂੰ ਮਦਦ ਮਿਲ ਸਕਦੀ ਹੈ? ਦੇਖੋ, ਪੁਰਾਣੀ ਸਰਕਾਰ ਦੀ ਸਬ ਕਮੇਟੀ ਦਾ ਸਿਰਫ ਮੋਹਾਲੀ ਨੂੰ ਲੈ ਕੇ ਹੀ ਅੰਕਲਨ ਜਿਹੜਾ 2 ਲੱਖ ਕਰੋੜ ਦਾ ਸੀਗਾ, ਤੇ ਹੁਣ ਜੇ ਇਕੱਲੇ ਮੋਹਾਲੀ 2 ਲੱਖ ਕਰੋੜ ਦੀ ਗੱਲ ਹੈਗੀ ਆ, ਤਾਂ ਵੱਡੇ ਵੱਡੇ ਸਿਟੀ ਲੁਧਿਆਣਾ ਹੈਗਾ, ਜਲੰਧਰ ਹੈਗਾ, ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ, ਤੇ ਜਿਹੜੇ ਵੱਡੇ ਵੱਡੇ ਸਿਟੀ ਨੇ ਉਹ ਵੱਡੇ ਵੱਡੇ ਸਿਟੀਜ਼ ਦੇ ਆਸ-ਪਾਸ ਦੀ ਜਿਹੜੀ ਜ਼ਮੀਨਾਂ ਹੈਗੀਆਂ ਨੇ ਤੇ ਉਹਨਾਂ ਦੀ ਵੈਲਿਊ ਕਿੰਨੀ ਹੋਊ? ਤੁਸੀਂ ਮੇਰਾ ਪਿੰਡ ਦੇਖ ਲਓ, ਮੇਰੇ ਪਿੰਡ ਦੀ 90% ਪੰਚਾਇਤੀ ਜ਼ਮੀਨ ਦੱਬ ਹੋਈ ਹੈ, ਉਹਨਾਂ ਤੇ ਕਬਜ਼ੇ ਹੋਏ ਨੇ, ਕਿਸੇ ਨੇ ਮਕਾਨ ਬਣਾ ਲਿਆ, ਕਿਸੇ ਨੇ ਕੁਝ ਕਰ ਲਿਆ, ਤੇ ਉੱਥੇ ਕਿੱਲੇ ਦਾ ਰੇਟ ਹੀ ਘੱਟੋ ਘੱਟ 7.5 ਤੇ ਲੈ ਕੇ 8 ਕਰੋੜ ਦੇ ਕਰੀਬ ਦਾ ਕਿੱਲੇ ਦਾ ਰੇਟ ਹੈ। ਹੁਣ ਤੁਸੀਂ ਸੋਚੋ, ਕਰੋੜਾਂ ਕਿਆ ਅਰਬਾਂ ਰੁਪਏ ਦੀ ਲੈਂਡ ਜਿਹੜੀ ਹੈ, ਮੈਂ ਕਹਿੰਦਾ ਪੰਜਾਬ ਦਾ ਕਰਜ਼ਾ ਤਾਰ ਕੇ ਅਗਲੇ ਆਉਣ ਵਾਲੇ ਸਮੇਂ ਤੱਕ ਦਾ ਵੀ ਰੈਵਨਿਊ ਅਸੀਂ ਜਨਰੇਟ ਕਰ ਲਾਂਗੇ ਜੇ ਅਸੀਂ ਕਰਨ 'ਚ ਕਾਮਯਾਬ ਹੋ ਜਾਂਦੇ ਹਾਂ। ਫਿਰ ਉਹੀ ਕਹਿੰਦਾ, ਇਸ ਵੱਡਾ ਅਮਾਊਂਟ ਇਨਵੋਲਵ ਹੈ, ਤੇ ਕਿਤੇ ਅੰਨਾ ਪੈਸਾ ਦੇਖ ਕੇ ਸਰਕਾਰ ਉਲਝ ਨਾ ਜਾਵੇ, ਪੈਸੇ 'ਚ ਨਾ ਫਸ ਜਾਵੇ। ਜੇ ਵਾਕਈ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰਨਾ ਚਾਹੁੰਦੀ ਹੈ ਤਾਂ ਵੱਡਾ ਰੈਵਨਿਊ ਜਨਰੇਟ ਹੋ ਸਕਦਾ ਨਾਲ। ਮਾਫੀਆ ਵੀ ਇਸ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰਦਾ। ਦੇਖੋ, ਬਿਨਾਂ ਮਾਫੀਆ ਤਾਂ ਗੱਲ ਨਹੀਂ ਹੁੰਦੀ। ਦੇਖੋ, ਨਵਜੋਤ ਸਿੰਘ ਸਿੱਧੂ ਨੇ ਅਨਆਥੋਰਾਈਜ਼ ਕਲੋਨੀਜ਼ ਨੂੰ ਦੀ ਗੱਲ ਕੀਤੀ ਸੀਗੀ ਵੀ ਜਿਹੜੀ ਬਿਲਕੁਲ ਅਨਆਥੋਰਾਈਜ਼ ਕਲੋਨੀਜ਼ ਹੈਗੀਆਂ ਤੇ ਉਹਨਾਂ ਦੇ ਪੈਨਲਟੀ ਇੰਪੋਜ਼ ਕੀਤੀ ਜਾਵੇ, ਤੇ ਉਹਨਾਂ ਦਾ ਆਪਣੀ ਪਾਰਟੀ 'ਚ ਵਿਰੋਧ ਹੋ ਗਿਆ, ਤੇ ਇਸ ਕਰਕੇ ਇਹ ਮਾਫੀਆ ਹੀ ਤਾਂ ਹੈ। ਹੁਣ ਜਿਵੇਂ ਇੱਥੇ ਲਾ ਲਓ, ਮੈਂ ਤੁਹਾਨੂੰ ਨਵੀਂ ਸਰਕਾਰ ਦੀ ਐਗਜ਼ਾਮਪਲ ਦੇ ਦਿੰਦਾ ਹੈ। ਦਿੱਲੀ 'ਚ ਪੰਜਾਬ ਰੋਡਵੇ ਦੀ ਬੱਸ 에ਅਰਪੋਰਟ ਤੇ 2018 ਤੋਂ ਬੰਦ ਹੋਈ ਹੈ। ਅੱਜ ਸਰਕਾਰ ਨੂੰ 40-45 ਦਿਨ ਹੋ ਚੁੱਕੇ ਨੇ, ਤੇ ਅੱਜ ਤੱਕ, ਪਹਿਲਾਂ ਵੀ ਦਿੱਲੀ ਸਰਕਾਰ ਨੇ ਪਰਮਿਸ਼ਨ ਨਹੀਂ ਦਿੱਤੀ ਬੱਸ ਦੀ, ਤੇ ਅੱਜ ਤੱਕ ਫਿਰ ਹੁਣ ਤਾਂ ਦੋਵੇਂ ਪਾਸੇ ਸਰਕਾਰ ਹੈ, ਫਿਰ ਵੀ ਪਰਮਿਸ਼ਨ ਨਹੀਂ ਮਿਲੀ। ਤਾਂ ਇਹ ਵੀ ਮਾਫੀਆ ਇਹਦੇ ਪਿੱਛੇ ਕੰਮ ਕਰ ਰਿਹਾ ਨਾ। ਤੇ ਉਹ ਜਿਹੜੇ ਕੁਝ ਟਰਾਂਸਪੋਰਟਰਸ ਜਿਹੜੇ ਹੈਗੇ ਨੇ, ਜਿਹੜੇ ਨਹੀਂ ਚਾਹੁੰਦੇ ਕਿ ਉਹਨਾਂ ਦੀ ਕਮਾਈ ਬੰਦ ਹੋਵੇ, ਕਿਉਂਕਿ 2500 ਤੇ 3000 ਦਾ ਟਿਕਟ ਹੈਗੀ ਦਿੱਲੀ ਦੀ, ਤੇ ਹਰਿਆਣਾ ਸਰਕਾਰ ਦੀ ਰੋਡਵੇਜ਼ ਚੱਲਦੀ ਉਹ 800 ਰੁਪਏ ਟਿਕਟ ਹੈਗੀ ਹੈ, ਤੇ ਸਿੱਧਾ ਹੀ ਫਰਕ ਜਿਹੜਾ 2200 ਦਾ ਪੈਂਦਾ ਹੈ। ਉਹ ਇੱਕ ਤਾਂ ਲੋਕਾਂ ਦੇ ਬੋਝ ਪੈਂਦਾ ਹੈ, ਦੂਜਾ ਰੈਵਨਿਊ ਜਿਹੜਾ ਸਰਕਾਰ ਨੂੰ ਆਣਾ ਉਹਦਾ ਨੁਕਸਾਨ ਹੁੰਦਾ ਹੈ। ਤੇ 40 ਦਿਨਾਂ ਦਾ ਉਹ ਰੈਵਨਿਊ ਜਿਹੜਾ ਸਰਕਾਰ ਜਿਹੜੀ ਆਪਣੇ ਹੱਥੋਂ ਖੋ ਚੁੱਕੀ ਹੈ। ਤਾਂ ਮੈਨੂੰ ਲੱਗਦਾ ਜੇ ਮਾਫੀਆ ਨਾਲ ਰਲੀ ਹੋਈ ਹੈ ਤੇ ਤਾਂ ਹੀ ਇਹ ਕਦਮ ਨਹੀਂ ਚੱਕ ਪਾ ਰਹੀ। ਉਹੀ ਖਦਸ਼ਾ ਹੈ ਵੀ ਇਹ ਤਾਂ ਕੁਝ ਹਜ਼ਾਰਾਂ ਦੀ ਗੱਲ ਹੈ, ਕਿਤੇ ਲੱਖਾਂ ਕਰੋੜਾਂ ਦੇਖ ਕੇ ਉਧਰ ਨੂੰ ਬਹਿ ਨਾ ਜਾਵੇ ਸਰਕਾਰ, ਤੇ ਇਸ ਕਰਕੇ ਖਦਸ਼ਾ ਵੀ ਹੈ। ਪਰ ਅਸੀਂ ਫਿਰ ਕਹਿੰਦੇ ਆ, ਜੇ ਇਹ ਛੁਡਾਉਣ 'ਚ, ਕਬਜ਼ੇ ਛੁਡਾਉਣ 'ਚ ਕਾਮਯਾਬ ਹੁੰਦੇ, ਸ਼ਲਾਘਾ ਕਰਾਂਗੇ, ਜਿਹਨੂੰ ਕਹਿੰਦੇ ਹਾਰ ਵੀ ਪਾਵਾਂਗੇ ਮੰਤਰੀ ਸਾਹਿਬ ਦੇ, ਤੇ ਜੇ ਉਹ ਨਾਲ ਰਲ ਜਾਂਦੇ ਆ ਤਾਂ ਅਸੀਂ ਅਪੋਜ਼ ਵੀ ਕਰਾਂਗੇ। ਧੰਨਵਾਦ। ਇਹ ਸਨ ਸੀਨੀਅਰ ਐਡਵੋਕੇਟ ਸਤਵੀਰ ਸਿੰਘ ਵਾਲੀਆ, ਜਿਨ੍ਹਾਂ ਦੇ ਵੱਲੋਂ ਸਾਫ਼ ਕਿਹਾ ਗਿਆ ਕਿ ਜੇਕਰ ਨਵੀਂ ਬਣੀ ਸਰਕਾਰ ਜੋ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਨੇ ਤੇ ਉਹਨਾਂ ਨੂੰ ਛੁਡਾ ਲੈਂਦੀ ਹੈ, ਤਾਂ ਪੰਜਾਬ ਸਿਰ ਜੋ ਕਰਜ਼ਾ ਚੜਿਆ ਹੋਇਆ ਹੈ ਉਹ ਬੜੀ ਹੀ ਸਖਾਲੇ ਤਰੀਕੇ ਦੇ ਨਾਲ ਉਤਾਰਿਆ ਜਾ ਸਕਦਾ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਸਿਰਫ ਬਿਆਨਬਾਜ਼ੀ ਕਰਦੀ ਹੈ ਜਾਂ ਐਲਾਨ ਕਰਦੀ ਹੈ, ਇਸ ਤੇ ਅਮਲ ਕਦੋਂ ਹੁੰਦਾ ਹੈ, ਕਦੋਂ ਕਬਜ਼ੇ ਛਡਾਉਂਦੀ ਹੈ। ਭਾਵੇਂ ਕਿ ਸਰਕਾਰ ਨੇ ਸਮਾਂ ਦਿੱਤਾ ਕਿ ਮਈ ਤੱਕ ਅਸੀਂ 5000 ਏਕੜ ਤੋਂ ਜਿਹੜੀ ਜ਼ਮੀਨ ਆ ਉਹ ਤੇ ਕਬਜ਼ੇ ਛਡਾ ਲਵਾਂਗੇ। ਹੁਣ ਦੇਖਣਾ ਹੋਵੇਗਾ ਕਿ ਕਬਜ਼ੇ ਕਦੋਂ ਤੱਕ ਸਰਕਾਰ ਛਡਾਉਂਦੀ ਹੈ। ਕੈਮਰਾਮੈਨ ਜੌਨਸਨ ਦੇ ਨਾਲ ਕੁਲਦੀਪ ਸਿੰਘ ਪੋੜੇ, D5 ਚੈਨਲ ਪੰਜਾਬੀ, ਚੰਡੀਗੜ੍ਹ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ
ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।